ਆਮ ਆਦਮੀ ਪਾਰਟੀ ਦੀ ਤਕਰਾਰ ਜਿੱਥੇ ਗਵਰਨਰ ਨਾਲ ਰੋਜ਼ ਦਿਖਦੀ ਹੈ ਤਾਂ ਹੁਣ ਆਮ ਆਦਮੀ ਪਾਰਟੀ ਨੇ ਚੇਤਾਵਨੀ ਉਹ ਦੇ ਦਿੱਤੀ ਹੈ, ਜਿਸ ਦੇ ਚੱਲਦਿਆਂ ਹੁਣ ਫਿਰ ਤੋਂ ਮਾਮਲਾ ਭਖਦਾ ਨਜ਼ਰ ਆ ਰਿਹਾ। ਰਾਜਪਾਲ ਤੇ ਆਪ ਦਾ ਕੀ ਹੈ ਕਾਰਨ, ਕਿਹੜੀ ਚੇਤਾਵਨੀ ਦਿੱਤੀ ਗਈ ਹੈ, ਇਸ ਤੇ ਗੱਲ ਕਰਾਂਗੇ। ਉਧਰ ਹਾਲੇ ਕਹਿੰਦੇ ਕੇਂਦਰ ਸਰਕਾਰ ਨੂੰ ਜਿਹੜਾ ਕਿ ਕਿਸਾਨੀ ਅੰਦੋਲਨ ਹੋਇਆ ਸੀ ਉਹ ਭੁੱਲਿਆ ਨਹੀਂ, ਜਿਸ ਨੇ ਉਸ ਵਿੱਚ ਸਾਥ ਦਿੱਤਾ ਉਹ ਲੋਕ ਭੁੱਲੇ ਨਹੀਂ। ਉਹਨਾਂ ਨੂੰ ਜਿਹੜਾ ਟਾਈਮ ਤੇ ਉਹ ਲੋਕਾਂ ਨੂੰ ਯਾਦ ਕਰਵਾ ਰਹੀ ਹੈ ਕਿ ਤੁਸੀਂ ਕਿਸਾਨੀ ਅੰਦੋਲਨ 'ਚ ਸਾਥ ਦਿੱਤਾ ਹੈ, ਇਸ ਕਰਕੇ ਥੋੜੀ ਜਿਹੀ ਪਰੇਸ਼ਾਨੀ ਤੁਹਾਨੂੰ ਝੱਲਣੀ ਪਵੇਗੀ। ਕੀ ਕਾਰਨ ਹੈ ਤੇ ਕਿਹੜੇ ਹੁਣ ਬਰਤਾਨਵੀ ਐਮਪੀ ਨੂੰ ਜਿਹੜਾ 에ਅਰਪੋਰਟ ਤੇ ਰੋਕਿਆ ਗਿਆ ਤੇ ਉਸ ਲਈ ਵੱਡੀ ਸਮੱਸਿਆ ਖੜੀ ਕਰੀ ਗਈ ਹੈ ਤੇ ਇਸ ਪਿੱਛੇ ਕਿਸ ਦਾ ਹੱਥ ਹੈ, ਇਸ ਤੇ ਗੱਲ ਕਰਾਂਗੇ। ਇੱਕ ਚਿੱਠੀ ਹੈ ਪੰਜਾਬ ਵਿਧਾਨ ਸਭਾ ਦੀ ਜਿਹੜੀ ਹੈ ਵਾਇਰਲ ਹੋਈ ਹੈ, ਜਿਸ ਕਰਕੇ ਹੁਣ ਸਰਕਾਰ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ। ਪੰਜਾਬ ਵਿਧਾਨ ਸਭਾ ਦੀ ਜਿਹੜੀ ਆ ਲੋਕ ਲੇਖਾ ਕਮੇਟੀ ਆ ਉਸ ਤੇ ਵੱਡੇ ਸਵਾਲ ਖੜੇ ਹੋ ਗਏ ਨੇ ਤੇ ਚਿੰਤਾ ਵਿੱਚ ਪਾ ਕੇ ਰੱਖ ਦਿੱਤੀ ਆ ਇਹ ਕਮੇਟੀ, ਅਤੇ ਇੱਥੋਂ ਤੱਕ ਮਾਮਲਾ ਭੱਗ ਗਿਆ ਕਿ ਚਿੱਠੀ ਹੁਣ ਵਾਪਸ ਲੈਣੀ ਪਈ ਹੈ। ਕੀ ਹੈ ਇਹ ਮਾਮਲਾ, ਇਸ ਤੇ ਗੱਲ ਕਰਾਂਗੇ। ਇਹਨਾਂ ਸਾਰੇ ਮਾਮਲਿਆਂ ਤੇ ਵਿਸਤਾਰ ਨਾਲ ਚਰਚਾ ਕਰਨ ਲਈ ਸਾਡੇ ਨਾਲ ਜੁੜੇ ਹੋਏ ਨੇ ਗੁਰਮੀਤ ਸਿੰਘ ਪਲਾਹੀ ਜੀ। ਪਲਾਹੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ, ਸ਼ੁਕਰੀਆ ਜੀ। ਪਲਾਹੀ ਸਾਹਿਬ, ਕਿਵੇਂ ਦੇਖਦੇ ਹੋ ਕਿ ਆਮ ਆਦਮੀ ਪਾਰਟੀ ਹੁਣ ਚੇਤਾਵਨੀਆਂ ਹੀ ਦੇਣ ਲੱਗੀ ਹੈ ਰਾਜਪਾਲ ਨੂੰ? ਕੀ ਹੁਣ ਲੰਬਾ ਸਮਾਂ ਸਰਕਾਰ ਚੱਲ ਪਾਏਗੀ ਜਾਂ ਪਾਰਟੀ ਹੈ ਉਹ ਸਹੀ ਤਰੀਕੇ ਨਾਲ ਮਿਲਵਰਤਨ ਜਿਹੜਾ ਗਵਰਨਰ ਤੇ ਪਾਰਟੀ ਵਿੱਚ ਉਹ ਬਣ ਪਾਏਗਾ ਜਾਂ ਨਾ? ਦੇਖੋ, ਗੱਲ ਇਹ ਆ ਕਿ ਆਮ ਆਦਮੀ ਪਾਰਟੀ ਵੱਲੋਂ ਜਿਸ ਢੰਗ ਦੇ ਨਾਲ ਅੱਜ ਗਵਰਨਰ ਨੂੰ ਚੇਤਾਵਨੀ ਦਿੱਤੀ ਗਈ ਆ, ਉਹ ਬਹੁਤੇ ਹਾਲਤਾਂ ਵਿੱਚ ਇਵੇਂ ਲੱਗਦਾ ਕਿ ਬੜੀ ਹਾਸੋਹੀਣੀ ਹੈ। ਜਿਸ ਵੇਲੇ ਗਵਰਨਰ ਸਾਹਿਬ ਨੇ ਬੜੇ ਸਪਸ਼ਟ ਸ਼ਬਦਾਂ ਵਿੱਚ ਨਾ ਕਰ ਦਿੱਤੀ ਕਿ ਅਸੀਂ ਪਾਰਟੀ ਨੂੰ ਜਾਂ ਕਿਸੇ ਵੀ ਪਾਰਟੀ ਨੂੰ ਚੰਡੀਗੜ੍ਹ ਦੇ ਵਿੱਚ ਉਹਨਾਂ ਦੇ ਦਫ਼ਤਰ ਬਣਾਉਣ ਲਈ ਕੋਈ ਥਾਂ ਅਲਾਟ ਨਹੀਂ ਕਰ ਸਕਦੇ, ਤਾਂ ਉਸ ਹਾਲ ਦੇ ਵਿੱਚ ਆਮ ਆਦਮੀ ਪਾਰਟੀ ਨੇ ਇਸ ਮਾਮਲੇ ਤੇ ਬਹੁਤ ਸਖਤੀ ਨਾਲ ਰਿਐਕਟ ਕੀਤਾ ਔਰ ਕਿਹਾ ਕਿ ਅਸੀਂ ਆਪਣਾ ਦਫ਼ਤਰ ਜਿਹੜਾ ਹੈ ਗਵਰਨਰ ਹਾਊਸ ਦੇ ਵਿੱਚ ਜਾ ਕੇ ਖੋਲ੍ਹ ਦੇਵਾਂਗੇ। ਇਹ ਆਪਣੇ ਆਪ ਦੇ ਵਿੱਚ ਇਹੋ ਜਿਹੀ ਗੱਲ ਹੈ ਕਿ ਕਿਵੇਂ ਕੋਈ ਕਹੇ ਕਿ ਅਸੀਂ ਥਾਣੇ ਵਿੱਚ ਜਾ ਕੇ ਅੰਦਰ ਬੈਠ ਕੇ ਚੇਅਰਮੈਨ ਦੇ ਉਹਦੇ ਥਾਣੇਦਾਰ ਦੀ ਕੁਰਸੀ ਦੇ ਉੱਤੇ ਬੈਠ ਕੇ ਰਾਜ ਭਾਗ ਚਲਾਉਣ ਲੱਗ ਪਵਾਂਗੇ, ਜਾਂ ਇਵੇਂ ਕਹਿ ਦਈਏ ਵੀ ਉੱਥੇ ਜਾ ਕੇ ਆਪਣੀ ਕੁਰਸੀ ਬਰਾਬਰ ਤੇ ਢਾਹ ਲਵਾਂਗੇ। ਦੇਖੋ, ਗਵਰਨਰ ਇੱਕ ਚੁਣਿਆ ਹੋਇਆ ਨੁਮਾਇੰਦਾ ਤਾਂ ਨਹੀਂ, ਪਰ ਕੌਂਸਟੀਟਿਊਸ਼ਨਲੀ ਉਸ ਦੀਆਂ ਆਪਣੇ ਢੰਗ ਦੀਆਂ ਤਾਕਤਾਂ ਨੇ ਜਿਹੜੀਆਂ ਸੰਵਿਧਾਨ ਦੇ ਵਿੱਚ ਨਿਯਤ ਕੀਤੀਆਂ ਹੋਈਆਂ ਨੇ, ਔਰ ਜਿਨ੍ਹਾਂ ਬਾਰੇ ਸੁਪਰੀਮ ਕੋਰਟ ਦੇ ਵਿੱਚ ਬਹੁਤ ਵਿਸਥਾਰ ਦੇ ਨਾਲ ਉਸ ਮਾਮਲੇ ਦੇ ਉੱਤੇ ਚਰਚਾ ਕਰਨ ਉਪਰੰਤ ਇਹ ਫੈਸਲਾ ਲੈ ਲਿਆ ਗਿਆ ਸੀ ਕਿ ਗਵਰਨਰ ਜਿਹੜਾ ਹੈ ਉਹ ਰਾਜ ਸਰਕਾਰ ਤੋਂ ਕੁਝ ਇੱਕ ਮਾਮਲਿਆਂ ਦੇ ਉੱਤੇ ਜੇ ਉਹ ਲੋੜ ਸਮਝੇ ਕੁਝ ਪ੍ਰਤੀਤ ਕਰ ਸਕਦਾ। ਤੋ ਇਸੇ ਢੰਗ ਦੇ ਨਾਲ ਉਹਨਾਂ ਨੇ ਜਿਹੜੀ ਸਰਕਾਰ ਹੈ ਮੌਕੇ ਦੀ ਸੂਬਾ ਸਰਕਾਰ, ਉਹਦੀਆਂ ਜਿਹੜੀਆਂ ਤਾਕਤਾਂ ਨੇ ਉਸ ਮਾਮਲੇ ਦੇ ਵਿੱਚ ਵੀ ਉਸ ਵੇਲੇ ਨਿਯਤ ਕਰ ਦਿੱਤੀਆਂ ਸਨ। ਜਿਸ ਵੇਲੇ ਗਵਰਨਰ ਔਰ ਪੰਜਾਬ ਦੇ ਮੁੱਖ ਮੰਤਰੀ ਦਾ ਆਪਸ ਦੇ ਵਿੱਚ ਤਕਰਾਰ ਵਧਿਆ ਸੀ ਸਰਕਾਰ ਦਾ ਕਿ ਇਹ ਇਜਲਾਸ ਜਿਹੜਾ ਹੈ ਕੀਤਾ ਜਾਣਾ ਹੈ ਔਰ ਨਹੀਂ ਕੀਤਾ ਜਾਣਾ, ਇਸ ਮਾਮਲੇ ਤੇ ਜਿਹੜੇ ਭਗਵੰਤ ਮਾਨ ਸੀ ਉਹ ਸੁਪਰੀਮ ਕੋਰਟ ਵਿੱਚ ਗਏ ਸੀ। ਭਾਵ ਇਹ ਹੈ ਕਿ ਦੋਹਾਂ ਪਾਸਿਆਂ ਦੀ ਤਕਰਾਰ ਵੱਧਦੀ ਜਾ ਰਹੀ ਹੈ। ਗਵਰਨਰ ਸਾਹਿਬ ਲਗਾਤਾਰ ਸਵਾਲ ਖੜੇ ਕਰ ਰਹੇ ਨੇ ਔਰ ਉਹਨਾਂ ਚਿੱਠੀਆਂ ਦੇ ਜਵਾਬ ਮੰਗ ਰਹੇ ਨੇ ਜਿਹੜੀਆਂ ਚਿੱਠੀਆਂ ਉਹਨਾਂ ਨੇ ਪੰਜਾਬ ਸਰਕਾਰ ਨੂੰ ਪਾਈਆਂ ਨੇ। ਔਰ ਦੂਸਰੇ ਪਾਸੇ ਜਿਸ ਵੇਲੇ ਮਜਬੂਰੀ ਦੇ ਵਿੱਚ ਵੀ ਗਵਰਨਰ ਨੂੰ ਕੋਈ ਚਿੱਠੀ ਪੰਜਾਬ ਸਰਕਾਰ ਵੱਲੋਂ ਭੇਜਣੀ ਪੈਂਦੀ ਹੈ ਤੇ ਗਵਰਨਰ ਸਾਹਿਬ ਜਿਹੜੇ ਫੈਸਲੇ ਲੈਂਦੇ ਨੇ ਆਪਣੇ ਢੰਗ ਨਾਲ ਲੈਂਦੇ ਨੇ। ਉਸ ਮਾਮਲੇ ਦੇ ਵਿੱਚ ਦੋ ਗੱਲਾਂ ਕੋਟ ਕੀਤੀਆਂ ਜਾ ਸਕਦੀਆਂ ਨੇ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਿਹੜੇ ਵਾਈਸ ਚਾਂਸਲਰ ਨੇ ਉਹਨਾਂ ਦੀ ਮਿਆਦ ਵਧਾਉਣ ਲਈ, ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਮਿਆਦ ਵਧਾਉਣ ਲਈ 1 ਸਾਲ ਲਈ ਉਹ ਪੰਜਾਬ ਸਰਕਾਰ ਵੱਲੋਂ ਗਵਰਨਰ ਤੋਂ ਪ੍ਰਵਾਨਗੀ ਲਈ ਚਿੱਠੀ ਭੇਜੀ ਗਈ ਸੀ, ਜਿਹੜੀ ਇੱਕ ਵੱਖਰੀ ਰਵਾਇਤ ਕਾਇਮ ਕਰਦਿਆਂ ਉਹਨਾਂ ਨੇ ਸਿਰਫ 6 ਮਹੀਨੇ ਦੀ ਐਕਸਟੈਂਸ਼ਨ ਜਿਹੜੀ ਹੈ ਉਹ ਇਹਨਾਂ ਵਾਈਸ ਚਾਂਸਲਰਾਂ ਨੂੰ ਦਿੱਤੀ ਹੈ ਤੇ ਪੰਜਾਬ ਦੀ ਸਰਕਾਰ ਦੀ ਗੱਲ ਜਿਹੜੀ ਹੈ ਜਾਂ ਸਿਫਾਰਿਸ਼ ਜਿਹੜੀ ਹੈ ਉਸ ਨੂੰ ਨਹੀਂ ਮੰਨਿਆ। ਤੋ ਇਹ ਇਵੇਂ ਲੱਗਦਾ ਕਿ ਦੋਹਾਂ ਧਿਰਾਂ ਦੇ ਵਿੱਚ ਤਕਰਾਰ ਲਗਾਤਾਰ ਵੱਧਦੀ ਜਾ ਰਹੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਹੁਤ ਵੱਡੇ ਇਸ ਦੇ ਸਿੱਟੇ ਨਿਕਲਣਗੇ। ਸੰਭਾਵਨਾ ਇਸ ਗੱਲ ਦੀ ਹੈ ਕਿ ਗਵਰਨਰ ਸਾਹਿਬ ਹਰ ਹੀਲੇ ਕਿਸੇ ਨਾ ਕਿਸੇ ਢੰਗ ਦੇ ਨਾਲ
ਮੌਕੇ ਦੀ ਸਰਕਾਰ ਨੂੰ ਪਰੇਸ਼ਾਨ ਕਰਨ ਦੀ ਖਾਤਰ ਜਾਂ ਆਪਣੀ ਅਥਾਰਟੀ ਨੂੰ ਕਾਇਮ ਕਰਨ ਦੀ ਖਾਤਰ ਇਹੋ ਜਿਹੀਆਂ ਕਾਰਵਾਈਆਂ ਕਰ ਰਹੇ ਨੇ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਇੱਥੋਂ ਦੀ ਸਰਕਾਰ ਦੀ ਬਰਖਾਸਤੀ ਲਈ ਵੀ ਇੱਕ ਨੀਂਹ ਸਾਬਤ ਹੋ ਸਕਦੀਆਂ ਨੇ। ਤੁਸੀਂ ਸਵਾਲ ਕੀਤਾ ਕਿ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਕਿਸਮ ਦੀ ਕੋਈ ਘਟਨਾ ਵਾਪਰ ਸਕਦੀ ਹੈ, ਤਾਂ ਮੈਂ ਇਸ ਰਾਏ ਦਾ ਹਾਂ ਕਿ ਗਵਰਨਰ ਸਾਹਿਬ ਇਸ ਢੰਗ ਦੇ ਨਾਲ ਸਾਰੇ ਸਬੂਤ ਇਕੱਠੇ ਕਰ ਰਹੇ ਨੇ ਔਰ ਇਹ ਗੱਲ ਸਿੱਧ ਕਰਨ ਦਾ ਯਤਨ ਉਹ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਸੰਵਿਧਾਨਿਕ ਪੋਸਟ ਤੇ ਬੈਠੇ ਗਵਰਨਰ ਨੂੰ ਇੱਥੋਂ ਦੀ ਸਰਕਾਰ ਜਿਹੜੀ ਹੈ ਪੁੱਛਦੀ ਨਹੀਂ ਔਰ ਇਹ ਗੈਰ ਸੰਵਿਧਾਨਿਕ ਹੈ। ਜੀ ਪਲਾਈ ਸਾਹਿਬ, ਜਿੱਥੇ ਇੱਕ ਪਾਸੇ ਤਾਂ ਜਗ੍ਹਾ ਨਹੀਂ ਦਿੱਤੀ ਜਾ ਰਹੀ ਚੰਡੀਗੜ੍ਹ ਵਿੱਚ, ਤਾਂ ਉਧਰ ਆਪ ਦੇ ਬੁਲਾਰੇ ਵੱਲੋਂ ਇਹ ਕਹਿਣਾ ਕਿ ਅਸੀਂ ਧੱਕੇ ਨਾਲ ਜਾ ਕੇ ਕਹਿੰਦੇ ਗਵਰਨਰ ਹਾਊਸ ਦੇ ਬਾਹਰ ਹੀ ਦਫ਼ਤਰ ਖੋਲ੍ਹ ਲਾਂਗੇ ਜਾਂ ਗਵਰਨਰ ਹਾਊਸ 'ਚ ਹੀ ਦਫ਼ਤਰ ਖੋਲ੍ਹ ਲਾਂਗੇ। ਇਸ ਨੂੰ ਕਿਵੇਂ ਦੇਖਦੇ ਹੋ? ਕਿ ਜਿਹੜਾ ਆਮ ਆਦਮੀ ਪਾਰਟੀ ਦਾ ਕੋਈ ਦਾਇਰਾ ਰਿਹਾ ਜਾਂ ਨਾ? ਕਿਉਂਕਿ ਜਿਹੜਾ ਇੱਕ ਗਵਰਨਰ ਜਾਂ ਜਿਹੜਾ ਸੂਬੇ ਦਾ ਰਾਜਪਾਲ ਹੈ ਉਹ ਜਦੋਂ ਮਨਜ਼ੂਰੀ ਹੀ ਨਹੀਂ ਦੇ ਰਿਹਾ, ਲਿਖਤੀ ਰੂਪ 'ਚ ਨਹੀਂ ਦੇ ਰਿਹਾ, ਤਾਂ ਉਹ ਧੱਕੇ ਨਾਲ ਕਿਵੇਂ ਜਿਹੜੇ ਆ ਦਫ਼ਤਰ ਖੋਲ੍ਹਣ ਦੇ ਦੇਗਾ? ਇਹ ਕਿੱਧਰ ਨੂੰ ਜਾ ਰਹੀ ਹੈ ਗੱਲ? ਕੀ ਇੱਥੇ ਦਰਸਾਉਣਾ ਚਾਹੁੰਦੀ ਹੈ ਆਮ ਆਦਮੀ ਪਾਰਟੀ? ਦੇਖੋ, ਆਮ ਆਦਮੀ ਪਾਰਟੀ ਮੁੱਖ ਤੌਰ ਤੇ ਇਹ ਦੱਸਣਾ ਚਾਹੁੰਦੀ ਆ ਕਿ ਪੰਜਾਬ ਦੇ ਵਿੱਚ ਉਹ ਚੁਣੀ ਹੋਈ ਸਰਕਾਰ ਹੈ ਉਹਨਾਂ ਦੀ, ਤੇ ਉਹਨਾਂ ਦੀ ਬਹੁਤ ਵੱਡੀ ਮੈਜੋਰਟੀ ਹੈ ਤੇ ਉਹ ਜੋ ਮਰਜ਼ੀ ਆਪਣੇ ਢੰਗ ਦੇ ਨਾਲ ਫੈਸਲੇ ਲੈ ਸਕਦੀ ਆ। ਤੇ ਈਵਨ ਇੱਥੋਂ ਤੱਕ ਕਿ ਆਪਣੇ ਚੁਣੇ ਹੋਏ ਜਿਹੜੇ MLA ਨੇ ਉਹਨਾਂ ਦੇ ਬਲਬੂਤੇ ਦੇ ਉੱਤੇ ਸੰਵਿਧਾਨਕ ਪੋਸਟ ਤੇ ਬੈਠੇ ਹੋਏ ਗਵਰਨਰ ਨੂੰ ਵੀ ਚੈਲੰਜ ਕਰ ਸਕਦੀ ਆ। ਇਹੋ ਕਾਰਨ ਹੈ ਕਿ ਉਹਨਾਂ ਨੇ ਇਹ ਗੱਲ ਦਰਸਾਉਣ ਦਾ ਯਤਨ ਕੀਤਾ ਕਿ ਅਸੀਂ ਸੈਂਟਰ ਸਰਕਾਰ ਨੂੰ ਵੀ ਨਹੀਂ ਮੰਨਦੇ, ਅਸੀਂ ਉਹਨਾਂ ਦੇ ਨੁਮਾਇੰਦੇ ਗਵਰਨਰ ਨੂੰ ਵੀ ਨਹੀਂ ਮੰਨਦੇ, ਅਸੀਂ ਤੇ ਆਪਣੇ ਢੰਗ ਦੇ ਨਾਲ ਦਿੱਲੀ ਦੇ ਵਿੱਚ ਰਾਜ ਭਾਗ ਕੀਤਾ ਹੈ ਔਰ ਪੰਜਾਬ ਵਿੱਚ ਵੀ ਅਸੀਂ ਉਸੇ ਢੰਗ ਦੇ ਨਾਲ ਕਰਾਂਗੇ। ਭਾਵੇਂ ਕਿ ਇਹ ਗੱਲ ਬੜੀ ਹਾਸੋਹੀਣੀ ਲੱਗਦੀ ਹੈ ਕਿ ਉਹ ਗਵਰਨਰ ਹਾਊਸ ਦੇ ਵਿੱਚ ਕਿਵੇਂ ਜਾਣਗੇ। ਪੁਲਿਸ ਜਿਹੜੀ ਹੈ ਉਹ ਸੈਂਟਰ ਗਵਰਨਮੈਂਟ ਦੇ ਅਧੀਨ ਕੰਮ ਕਰਦੀ ਹੈ ਔਰ ਪੰਜਾਬ ਸਰਕਾਰ ਜਾਂ ਪੰਜਾਬ ਦੇ MLA ਜਿਹੜੇ ਨੇ, ਇਹਨਾਂ ਵਿੱਚ ਤੁਸੀਂ ਦੇਖਿਆ ਕਿ ਪੰਜਾਬ ਦੇ ਕੁਝ MLA ਜਿਹੜੇ ਆਪਣਾ ਰੋਸ ਪ੍ਰਗਟ ਕਰਨ ਲਈ ਚੰਡੀਗੜ੍ਹ ਗਏ ਸੀ ਕਿਸੇ ਮਾਮਲੇ ਦੇ ਉੱਤੇ, ਤੇ ਉਹਨਾਂ ਦੇ ਨਾਲ ਉਹ ਚੰਡੀਗੜ੍ਹ ਪੁਲਿਸ ਨੇ ਚੰਗੀ ਡਾਂਗ ਛੋਟਾ ਉਹਨਾਂ ਦੇ ਨਾਲ ਕੀਤਾ ਸੀ ਤੇ ਕਈ ਹਾਲਤਾਂ ਦੇ ਵਿੱਚ ਕਈਆਂ ਦੇ ਸੱਟਾਂ ਲੱਗਣ ਦੀ ਗੱਲ ਵੀ ਹੋਈ ਸੀ। ਸੋ ਇਸ ਕਿਸਮ ਦੀ ਗੱਲ ਕਰਨੀ ਮੈਂ ਸਮਝਦਾ ਕਿ ਇਹ ਵੱਡਾ ਕਨਫਰੰਟੇਸ਼ਨ ਹੈ ਆਪਸ ਵਿੱਚ ਜਿਹੜਾ ਪੈਦਾ ਕਰਨਾ, ਔਰ ਇਹ ਬਹੁਤ ਬਦਨਸੀਬੀ ਵਾਲੀ ਗੱਲ ਹੈ ਪੰਜਾਬ ਦੀ। ਪਲਾਹੀ ਸਾਹਿਬ, ਕਿਵੇਂ ਦੇਖਦੇ ਹੋ? ਇੱਕ ਪਾਸੇ ਦਾ ਦੇਸ਼ ਦੇ ਪ੍ਰਧਾਨ ਮੰਤਰੀ ਵਿਦੇਸ਼ਾਂ ਵਿੱਚ ਜਾ ਕੇ ਵੱਡੇ ਵੱਡੇ ਦਾਅਵੇ ਠੋਕ ਰਹੇ ਨੇ ਕਿ ਸਾਡੇ ਦੇਸ਼ ਆਓ, ਦੇਸ਼ 'ਚ ਆ ਕੇ ਦੇਖੋ ਕਿ ਕਿੰਨਾ ਕੁ ਸੁਰੱਖਿਅਤ ਦੇਸ਼ ਆ ਸਾਡਾ। ਤੇ ਉੱਥੇ ਹੀ ਜੇਕਰ ਗੱਲ ਕਰੀਏ ਤਾਂ ਹੁਣ ਵੀ ਕਹਿੰਦੇ ਕੇਂਦਰ ਸਰਕਾਰ ਨੂੰ ਜਿਹੜੇ ਖੇਤੀ ਕਾਨੂੰਨ ਨੇ ਉਹ ਨਹੀਂ ਭੁੱਲੇ, ਜਿਨ੍ਹਾਂ ਨੇ ਉਸ ਦੇ ਵਿਰੋਧ ਕੀਤਾ ਸੀ ਉਹ ਲੋਕ ਨਹੀਂ ਭੁੱਲੇ, ਜਿਸ ਕਰਕੇ ਹੁਣ ਜਿਹੜੇ ਆ ਕਹਿੰਦੇ ਅੰਮ੍ਰਿਤਸਰ ਤੇ ਆ ਰਹੇ ਸੀਗੇ MP, ਬਰਤਾਨਵੀ ਦੇ MP ਨੇ ਤਨਮਨਜੀਤ ਸਿੰਘ ਢੇਸੀ, ਉਹਨਾਂ ਨੂੰ ਰੋਕਿਆ ਗਿਆ। ਕੀ ਕਾਰਨ ਮੰਨਦੇ ਹੋ ਕਿ ਜਿਹੜਾ ਇੱਕ ਸਿੱਖ ਸਰੂਪ ਨਾਲ ਜਿਹੜਾ ਵਿਅਕਤੀ ਆਂਦਾ ਉਸ ਤੇ ਹੀ ਕੇਂਦਰ ਦੀਆਂ ਨਜ਼ਰਾਂ ਰਹਿੰਦੀਆਂ ਨੇ? ਜੀ ਦੇਖੋ, ਤਨਮਨਜੀਤ ਸਿੰਘ ਢੇਸੀ ਇੱਕ ਬਰਤਾਨੀਆ ਦਾ ਬਹੁਤ ਅੱਛਾ ਸਪੋਕਸਮੈਨ ਪੋਲੀਟੀਸ਼ੀਅਨ ਹੈ। ਉਸਨੇ ਇੰਨੀ ਛੋਟੀ ਉਮਰ ਦੇ ਵਿੱਚ ਹੀ ਬਰਤਾਨੀਆ ਦੀ ਸਿਆਸਤ ਦੇ ਵਿੱਚ ਆਪਣੀ ਪੈੜ ਬਣਾਈ ਹੈ ਔਰ ਪੰਜਾਬੀ ਲੋਕਾਂ ਦਾ ਨਾਂ ਜਿਹੜਾ ਹੈ ਉੱਚਾ ਕੀਤਾ ਹੈ। ਉਹ ਲਗਾਤਾਰ ਹਿੰਦੁਸਤਾਨ ਦੇ ਦੌਰੇ ਤੇ ਸਾਲ 2 ਸਾਲਾਂ ਬਾਅਦ ਆਉਂਦਾ ਰਹਿੰਦਾ ਹੈ, ਦੁਆਬੇ ਨਾਲ ਸੰਬੰਧਿਤ ਹੈ ਔਰ ਇੱਥੇ ਆ ਕੇ ਆਪਣੇ ਪੇਰੈਂਟਸ ਨੂੰ ਮਿਲਣ ਦੇ ਨਾਲ ਨਾਲ ਉਹ ਪੰਜਾਬ ਦੇ ਲੋਕਾਂ ਦੇ ਨਾਲ ਵੀ ਰਾਬਤਾ ਰੱਖਦਾ ਔਰ NRI ਲੋਕਾਂ ਦੀਆਂ ਜਿਹੜੀਆਂ ਕੋਈ ਸਮੱਸਿਆਵਾਂ ਹੁੰਦੀਆਂ ਨੇ ਉਹਨਾਂ ਦੇ ਬਾਰੇ ਵਿੱਚ ਵੀ ਇੱਥੋਂ ਦੀਆਂ ਸਰਕਾਰਾਂ ਨਾਲ, ਖਾਸ ਤੌਰ ਤੇ ਪੰਜਾਬ ਸਰਕਾਰ ਦੇ ਨਾਲ ਆਪਣਾ ਰਾਬਤਾ ਰੱਖ ਕੇ ਉਹਨਾਂ ਦੇ ਨਾਲ ਮੀਟਿੰਗਾਂ ਕਰਕੇ ਉਹਨਾਂ ਨੂੰ ਹੱਲ ਕਰਾਉਣ ਦਾ ਯਤਨ ਕਰਦਾ। ਬਿਨਾਂ ਸ਼ੱਕ ਹੋਣ ਵਾਲਾ ਜਿਹੜਾ ਐਪੀਸੋਡ ਹੈ ਉਹ ਮੋਦੀ ਸਰਕਾਰ ਵੱਲੋਂ ਜਿਹੜਾ ਖੇਤੀ ਕਾਨੂੰਨ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਮਦਦ ਕੀਤੀ ਹੈ ਕਿਸਾਨ ਜਥੇਬੰਦੀਆਂ ਦੀ, ਉਹਨਾਂ ਦਾ ਵਿਰੋਧ ਕਰਨਾ ਜਾਂ ਉਹਨਾਂ ਨੂੰ ਪਰੇਸ਼ਾਨ ਕਰਨ ਦੀ ਜਿਹੜੀ ਪ੍ਰਵਿਰਤੀ ਹੈ ਉਹ ਕੇਂਦਰ ਸਰਕਾਰ ਦੇ ਹਿੱਸੇ ਆ ਰਹੀ ਹੈ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਪਟਿਆਲੇ ਦੇ ਵਿੱਚ ਜਿਹੜੇ ਲੋਕ ਹੜ੍ਹਾਂ ਦੇ ਮਾਮਲੇ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਨੈਸ਼ਨਲ ਲੈਵਲ ਤੇ ਵੀ ਇੰਟਰਨੈਸ਼ਨਲ ਲੈਵਲ ਤੇ ਵੀ ਸਹਾਇਤਾ ਕਰਦੇ ਸਨ ਸਿੱਖ ਜਥੇਬੰਦੀਆਂ, ਉਹਨਾਂ ਦੇ ਘਰਾਂ ਦੇ ਉੱਤੇ ਵੀ ਛਾਪੇਮਾਰੀ NIA ਨੇ ਕੀਤੀ ਹੈ ਔਰ ਉਹਦੇ ਪਿੱਛੇ ਵੀ ਕਾਰਨ ਇਹ ਕਿਹਾ ਜਾ ਰਿਹਾ ਵੀ
ਉਹਨਾਂ ਨੇ ਵੀ, ਕਿਉਂਕਿ ਖੇਤੀ ਕਾਨੂੰਨ ਦੇ ਮਾਮਲੇ ਦੇ ਵਿੱਚ ਜਦੋਂ ਧਰਨੇ ਲੱਗੇ ਸਨ ਸਰਹੱਦ ਦੇ ਉੱਤੇ, ਬਾਰਡਰ ਦੇ ਉੱਤੇ, ਉਹਨਾਂ ਨੇ ਵੀ ਬਹੁਤ ਵੱਡੀ ਸੇਵਾ ਉੱਥੇ ਕੀਤੀ ਸੀ। ਤੋ ਇਸੇ ਢੰਗ ਦੇ ਨਾਲ ਤਨਮਨਜੀਤ ਸਿੰਘ ਹੁਣਾਂ ਨੇ ਜਿੱਥੇ ਕੇਂਦਰ ਦੀ ਸਰਕਾਰ ਨੂੰ ਫਟਕਾਰਿਆ ਸੀ, ਔਰ ਉੱਥੇ ਨਾਲ ਦੀ ਨਾਲ ਉਹਨਾਂ ਨੇ ਕਿਸਾਨ ਜਥੇਬੰਦੀਆਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਸੀ। ਤੇ ਹੁਣ ਜਦੋਂ ਉਹ ਬੜੇ ਲੰਮੇ ਸਮੇਂ ਬਾਅਦ ਆਪਣੇ ਦੇਸ਼ ਪਰਤੇ ਨੇ ਤੇ ਉਹਨਾਂ ਨੂੰ ਭਾਜੀ ਮੋੜਨ ਦਾ ਯਤਨ ਜਿਹੜਾ ਹੈ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ। ਤੁਹਾਨੂੰ ਯਾਦ ਹੈ ਕਿ ਕੁਝ ਸਮਾਂ ਪਹਿਲਾਂ ਪਟਿਆਲੇ ਦੇ ਵਿੱਚ ਇੱਕ MLA ਨੇ ਜਿਹੜੇ ਅਕਾਲੀ ਦਲ ਦੇ ਨਾਲ ਸੰਬੰਧਿਤ ਹਨ, ਉਹ ਮੰਤਰੀ ਵੀ ਬਣੇ ਸਨ ਬਾਦਲ ਸਰਕਾਰ ਦੇ ਮੌਕੇ ਤੇ, ਉਹਨਾਂ ਦੇ ਭਰਾ ਸਰਜੀਤ ਸਿੰਘ ਰੱਖੜਾ ਜੀ, ਉਹਨਾਂ ਨੂੰ ਵੀ 에ਅਰਪੋਰਟ ਤੋਂ ਵਾਪਸ ਕਰ ਦਿੱਤਾ ਗਿਆ ਸੀ। ਇਹ ਗੱਲ ਵੱਖਰੀ ਹੈ ਕਿ ਮੋਦੀ ਸਰਕਾਰ ਨੇ ਬਾਅਦ ਵਿੱਚ ਆਪਣੀ ਗਲਤੀ ਦਾ ਅਹਿਸਾਸ ਕਰਕੇ ਉਹਨਾਂ ਦੇ ਨਾਲ ਭਾਈਬੰਦੀ ਗੰਢਣ ਦਾ ਉਸ ਵੇਲੇ ਯਤਨ ਕੀਤਾ, ਜਿਸ ਵੇਲੇ ਉਹ ਮਾਨਯੋਗ ਪ੍ਰਧਾਨ ਮੰਤਰੀ ਜੀ ਅਮਰੀਕਾ ਦੇ ਦੌਰੇ ਤੇ ਗਏ ਸੀ। ਸੋ ਇਸ ਕਿਸਮ ਦੀਆਂ ਜਿਹੜੀਆਂ ਹੋਸ਼ੀਆਂ ਹਰਕਤਾਂ ਕੇਂਦਰ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ, ਇਹ ਅਸਲ ਵਿੱਚ ਉਹਨਾਂ ਨੂੰ ਆਪਣੀ ਹਾਰ ਜਿਹੜੀ ਹੈ ਹਾਲੇ ਤੱਕ ਵੀ ਹਜਮ ਨਹੀਂ ਹੋ ਰਹੀ। ਇਹੋ ਕਾਰਨ ਹੈ ਕਿ ਗਾਹੇ ਬਗਾਹੇ ਜਦੋਂ ਵੀ ਕੋਈ ਸਿੱਖ ਸਰੂਪ ਵਾਲਾ ਜਾਂ ਕੋਈ ਵੀ ਪੰਜਾਬੀ ਜਿਸ ਨੇ ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਨਾਅਰਾ ਮਾਰਿਆ ਹੋਵੇ ਤੇ ਉਸ ਵੇਲੇ ਜਿਹੜੀਆਂ ਵੱਖੋ ਵੱਖਰੀਆਂ ਕਿਸਾਨ ਜਥੇਬੰਦੀਆਂ ਸਨ, ਉਹਨਾਂ ਦੇ ਹੱਕ ਦੇ ਵਿੱਚ ਖੜੇ ਹੋਣ ਔਰ ਉਹਨਾਂ ਦੀ ਲਿਸਟ ਦੇ ਵਿੱਚ ਆ ਗਏ ਹੁਣ, ਉਹਨਾਂ ਨੂੰ ਪਰੇਸ਼ਾਨ ਕਰਨ ਦਾ ਯਤਨ ਹੋ ਰਿਹਾ। ਇਹ ਅਸਲ ਵਿੱਚ ਦੇਖੋ ਤਨਮਨਜੀਤ ਸਿੰਘ ਢੇਸੀ ਵਰਗੇ ਸੈਂਕੜੇ ਇਹੋ ਜਿਹੇ ਪੰਜਾਬੀ ਨੇ ਜਿਨ੍ਹਾਂ ਨੇ ਪੰਜਾਬ ਦਾ ਹੀ ਨਹੀਂ ਹਿੰਦੁਸਤਾਨ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ। ਇਹੋ ਜਿਹੇ ਲੋਕ ਵੀ NRI ਬੈਠੇ ਨੇ ਜਿਨ੍ਹਾਂ ਦੇ ਹਜ਼ਾਰ ਏਕੜ ਉੱਥੇ ਆਪਣੇ ਫਾਰਮ ਹਾਊਸ ਨੇ, ਜਿਨ੍ਹਾਂ ਨੇ ਪ੍ਰੋਫੈਸ਼ਨ ਦੇ ਵਿੱਚ ਬੜੀਆਂ ਵੱਡੀਆਂ ਮੱਲਾਂ ਵੀ ਹੋਰ ਮਾਰੀਆਂ ਨੇ, ਔਰ ਜਿਹੜੇ ਲਗਾਤਾਰ ਭਾਰਤ ਦਾ ਨਾਂ ਜਿਹੜਾ ਹੈ ਉੱਚਾ ਚੁੱਕਣ ਦੇ ਲਈ ਜਾਣੇ ਜਾਂਦੇ ਨੇ। ਜੇ ਇਹੋ ਜਿਹੇ ਲੋਕ ਕਦੇ ਭਾਰਤ ਦੀ ਗੇੜੀ ਮਾਰਦੇ ਨੇ ਜਾਂ ਪੰਜਾਬ ਦੇ ਵਿੱਚ ਆਉਂਦੇ ਨੇ ਤੇ ਉਹਨਾਂ ਨੂੰ ਇਸ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ, ਤੇ ਮੈਂ ਸਮਝਦਾ ਵੀ ਇਹ ਬੜਾ ਮੰਦਭਾਗਾ ਹੈ। ਔਰ ਇਹ ਭੜਕਾਂ ਮਾਰਨ ਦੀ ਗੱਲ ਕਿ ਅਸੀਂ ਤਾਂ ਜੀ ਸਾਡੀ ਜਿਹੜਾ ਦੇਸ਼ ਹੈ ਉਹ ਬਹੁਤ ਵੱਡਾ ਦੇਸ਼ ਬਣ ਰਿਹਾ ਔਰ ਅਸੀਂ ਇਹੋ ਜਿਹੀ ਸ਼ਕਤੀ ਬਣ ਰਹੇ ਹਾਂ ਜਿਹੜੀ ਕਿ ਪੂਰੇ ਵਿਸ਼ਵ ਦੇ ਵਿੱਚ ਜਾਣੀ ਜਾਏਗੀ। ਪਰ ਜੇ ਅਸੀਂ ਹਿੰਦੂ ਮੁਸਲਿਮ ਸਿੱਖ ਇਹਨਾਂ ਦੇ ਆਪਸ ਵਿੱਚ ਬੈਰ ਵਿਰੋਧ ਤੇ ਨਫ਼ਰਤੀ ਜਿਹੜਾ ਸਮੱਸਿਆਵਾਂ ਜਿਹੜੀਆਂ ਉਹ ਖੜੀਆਂ ਕਰਦੇ ਰਹਾਂਗੇ ਤੇ ਭਾਰਤ ਦੇਸ਼ ਜਿਹੜਾ ਹੈ ਉਹ ਕਦੇ ਵੀ ਉਹਦੀਆਂ ਸਫਾਂ ਦੇ ਵਿੱਚ ਨਹੀਂ ਆਏਗਾ, ਕਿਉਂਕਿ ਲਗਾਤਾਰ ਮੋਦੀ ਸਰਕਾਰ ਵੱਲੋਂ ਜਿੱਥੇ ਡੈਮੋਕ੍ਰੈਟਿਕ ਰਾਈਟਸ ਨੇ, ਹਿਊਮਨ ਰਾਈਟਸ ਨੇ ਲੋਕਾਂ ਦੇ, ਉਹਨਾਂ ਨੂੰ ਭੰਗ ਕਰਨ ਦਾ, ਖਰਾਬ ਕਰਨ ਦਾ ਯਤਨ ਹੋ ਰਿਹਾ, ਉੱਥੇ ਨਾਲ ਨਾਲ ਉਹਨਾਂ ਵੱਲੋਂ ਆਪਣੇ ਵਿਰੋਧੀਆਂ ਨੂੰ ਕਿਸੇ ਵੀ ਹਾਲ ਦੇ ਵਿੱਚ ਕੁਚਲਣ ਦੀਆਂ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਉਹ ਵੀ ਲਗਾਤਾਰ ਹੋ ਰਹੀਆਂ ਨੇ। ਹੁਣ ਦੇਖੋ ਤੁਸੀਂ ਮਨੀਪੁਰ ਦੇ ਵਿੱਚ ਔਰ ਮੁੜ ਕੇ ਫਿਰ ਹਰਿਆਣਾ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਉਹ ਵੀ ਇਸੇ ਢੰਗ ਦੇ ਨਾਲ ਬੜੀਆਂ ਮੰਦਭਾਗੀਆਂ ਨੇ ਤੇ ਇਹਨਾਂ ਨੂੰ 2024 ਦੀਆਂ ਇਲੈਕਸ਼ਨਾਂ ਦੇ ਹਿਸਾਬ ਨਾਲ ਵੇਖਿਆ ਜਾ ਰਿਹਾ ਜੀ। ਜਿਵੇਂ ਦੇਖਿਆ ਸੀਗਾ ਕਿ ਅਮਰੀਕਾ ਗਏ ਸੀਗੇ ਪ੍ਰਧਾਨ ਮੰਤਰੀ, ਤਾਂ ਉੱਥੇ ਇੱਕ ਪੱਤਰਕਾਰ ਮਹਿਲਾ ਨੇ ਸਵਾਲ ਪੁੱਛ ਲਿਆ, ਤਾਂ ਉਸ ਸਵਾਲ ਦਾ ਜਿਹੜਾ ਭਾਰਤੀ ਦੀ ਜਿਹੜੇ ਆ ਟਰੋਲ ਕੰਪਨੀ ਕਹਿ ਸਕਦੇ ਆ ਜਾਂ BJP ਦੀ ਜਿਹੜੀ IT ਸੈੱਲ ਆ ਉਸ ਵੱਲੋਂ ਜੋ ਜਵਾਬ ਦਿੱਤੇ ਗਏ, ਤਾਂ ਉਸ ਦਾ ਵਿਰੋਧ ਅਮਰੀਕਾ ਨੇ ਇੰਨੇ ਕੁ ਉੱਚੇ ਪੱਧਰ ਤੇ ਕੀਤਾ ਕਿ ਅਸੀਂ ਵੱਖ-ਵੱਖ ਸੇਵਾਵਾਂ ਜਿਹੜੀਆਂ ਭਾਰਤ ਨਾਲ ਬੰਦ ਕਰ ਦਿੰਦੇ ਆ, ਇੱਥੋਂ ਤੱਕ ਗੱਲ ਹੋ ਗਈ ਸੀ। ਕੀ ਹੁਣ ਜਿਵੇਂ ਬਰਤਾਨਵੀ ਦੇ ਇੱਕ MP ਨਾਲ ਅਜਿਹਾ ਹੋਇਆ ਤਾਂ ਬਰਤਾਨਵੀ ਵੱਲੋਂ ਵੀ ਕੋਈ ਨਾ ਕੋਈ ਚੇਤਾਵਨੀ ਕੇਂਦਰ ਸਰਕਾਰ ਨੂੰ ਦਿੱਤੀ ਜਾਏਗੀ? ਦੇਖੋ ਮੈਨੂੰ ਨਹੀਂ ਲੱਗਦਾ ਕਿ ਇਸ ਕਿਸਮ ਦੀ ਕੋਈ ਚੇਤਾਵਨੀ ਦਿੱਤੀ ਜਾਏਗੀ, ਕਿਉਂਕਿ ਕੁਝ ਇੱਕ ਇਵੇਂ ਲੱਗਦਾ ਇਹ ਸਾਰੇ ਫੈਕਟ ਪੁਆਇੰਟ ਕਰਨ ਤੇ ਕਿ ਇੱਕ OCI ਕਾਰਡ ਹੁੰਦਾ ਹੈ ਜਿਹੜਾ ਹਰੇਕ ਉਸ ਵਿਅਕਤੀ ਨੂੰ ਜਿਹੜਾ NRI ਹੈ ਔਰ ਵਿਦੇਸ਼ ਦੇ ਵਿੱਚ ਰਹਿ ਰਿਹਾ, ਜੇ ਉਹ ਆਪਣੇ ਦੇਸ਼ ਦੇ ਵਿੱਚ ਪਰਤਦਾ ਤੇ ਉਸ ਨੂੰ ਉਸ ਕਾਰਡ ਦੀ ਜ਼ਰੂਰਤ ਹੁੰਦੀ ਹੈ ਸਰਕਾਰੀ ਤੌਰ ਤੇ ਜਿਹੜੇ ਇਮੀਗ੍ਰੇਸ਼ਨ ਆਫੀਸਰ ਆ ਉਹਨਾਂ ਨੂੰ ਦਿਖਾਉਣ ਲਈ। ਸ਼ਾਇਦ ਤਨਮਨਜੀਤ ਸਿੰਘ ਢੇਸੀ ਉਹਨਾਂ ਦੇ ਕੋਲ ਇਸ ਕਿਸਮ ਦਾ ਕਾਰਡ ਨਹੀਂ ਸੀ ਜਾਂ ਉਹ ਆਪਣੇ ਕੋਲ ਭੁੱਲ ਆਏ ਸੀ, ਇਸੇ ਕਰਕੇ ਉਹਨਾਂ ਨੂੰ ਇਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਭਾਵੇਂ ਕਿ ਇਸ ਗੱਲ ਨੂੰ ਇਗਨੋਰ ਵੀ ਕੀਤਾ ਜਾ ਸਕਦਾ ਸੀ, ਇਮੀਗ੍ਰੇਸ਼ਨ ਅਫਸਰਾਂ ਵੱਲੋਂ ਆਪਣੇ ਵੱਡੇ ਅਫਸਰਾਂ ਦੇ ਨਾਲ
ਤਾਲਮੇਲ ਕਰਕੇ ਪਰ ਕੀਤਾ ਨਹੀਂ ਗਿਆ ਔਰ ਇਸ ਗੱਲ ਦੇ ਉੱਤੇ ਉਹਨਾਂ ਨੂੰ ਪਰੇਸ਼ਾਨੀ ਚੱਲਣੀ ਪਈ। ਵੈਸੇ ਜਿਹੜਾ ਤੁਸੀਂ ਸਵਾਲ ਕੀਤਾ ਕਿ ਜਿਸ ਵੇਲੇ ਮੋਦੀ ਸਾਹਿਬ ਨੂੰ ਕੁਐਸਚਨ ਕੀਤਾ ਗਿਆ ਉੱਥੋਂ ਦੇ ਪੱਤਰਕਾਰਾਂ ਵੱਲੋਂ, ਕਿਉਂਕਿ ਹਿੰਦੁਸਤਾਨ ਦੇ ਵਿੱਚ ਵੀ ਤਾਂ 9 ਸਾਲ ਤੋਂ ਵੱਧ ਦਾ ਸਮਾਂ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਿਆ ਹੋ ਗਿਆ, ਇੱਕ ਵਾਰੀ ਵੀ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਕਾਨਫਰੰਸ ਨਹੀਂ ਕੀਤੀ, ਸਿਰਫ ਆਪਣੀ ਮਨ ਕੀ ਬਾਤ ਅੰਦਰ ਵੜ ਕੇ ਉਹ ਰੇਡੀਓ ਟੀਵੀ ਰਾਹੀਂ ਦੱਸ ਦਿੰਦੇ ਨੇ। ਪਰ ਜਿਹੜੇ ਲੋਕਾਂ ਦੇ ਮਸਲੇ ਨੇ ਉਹਨਾਂ ਮਾਮਲਿਆਂ ਦੇ ਵਿੱਚ ਕਦੇ ਵੀ ਉਹ ਪੱਤਰਕਾਰਾਂ ਦੇ ਰੂਬਰੂ ਨਹੀਂ ਹੋਏ। ਤੇ ਉੱਥੇ ਜਦੋਂ ਪੱਤਰਕਾਰ ਨੇ ਇਸ ਕਿਸਮ ਦਾ ਸਵਾਲ ਕੀਤਾ, ਉਸ ਵੇਲੇ ਮਨੀਪੁਰ ਦੇ ਵਿੱਚ ਘਟਨਾਵਾਂ ਨਫ਼ਰਤੀ ਹਿੰਸਾ ਦੀਆਂ ਵਾਪਰ ਰਹੀਆਂ ਸਨ ਔਰ ਇਹ ਗੱਲ ਇੰਟਰਨੈਸ਼ਨਲ ਪ੍ਰੈਸ ਦੇ ਵਿੱਚ ਲਗਾਤਾਰ ਆ ਰਹੀ ਸੀ ਤੇ ਹਿੰਦੁਸਤਾਨ ਦੀ ਬੜੀ ਕਿਰਕਰੀ ਹੋ ਰਹੀ ਸੀ, ਬੜੀ ਬਦਨਾਮੀ ਹੋ ਰਹੀ ਸੀ। ਤੇ ਮੋਦੀ ਸਾਹਿਬ ਇਹੋ ਜਿਹੇ ਨੇ ਕਿ ਉਹਨਾਂ ਨੇ ਇਸ ਬਦਨਾਮੀ ਨੂੰ ਵੀ ਐਵੇਂ ਸਿਰ ਛੱਡ ਕੇ ਪਰੇ ਕਰ ਦਿੱਤਾ ਤੇ ਆਪਣੇ ਢੰਗ ਦੇ ਨਾਲ ਉਹਨਾਂ ਦੀ ਜਿਹੜੀ ਆਰਮੀ ਹੈ, ਉਹਨਾਂ ਦੀ ਟਰੋਲ ਆਰਮੀ ਹੈ, ਉਹਨਾਂ ਨੇ ਉਸ ਪੱਤਰਕਾਰ ਨੂੰ ਨਿੰਦਣ ਦੇ ਮਾਮਲੇ ਦੇ ਉੱਤੇ ਇੰਤਹਾ ਕਰ ਦਿੱਤੀ ਤੇ ਇਸ ਮਾਮਲੇ ਦੇ ਉੱਤੇ ਅਮਰੀਕਾ ਨੂੰ ਆਪਣੇ ਵੱਲੋਂ ਬਿਆਨ ਦੇਣਾ ਪਿਆ ਸੀ। ਜੀ, ਅਗਲੀ ਖਬਰ ਦਾ ਪੰਜਾਬ ਦੀ ਵਿਧਾਨ ਸਭਾ ਦੀ ਲੋਕ ਲੇਖਾ ਕਮੇਟੀ ਨਾਲ ਜੁੜੀ ਹੋਈ ਹੈ, ਜਿਸ ਦੀ ਇੱਕ ਚਿੱਠੀ ਵਾਇਰਲ ਹੋ ਗਈ ਅਤੇ ਉਸ ਦੇ ਕਾਰਨ ਉਹ ਚਿੱਠੀ ਜਿਹੜੀ ਆ 18 ਜੁਲਾਈ ਨੂੰ ਵਾਪਸ ਤੱਕ ਲੈਣੀ ਪਈ ਇਸ ਕਮੇਟੀ ਨੂੰ। ਆਖਿਰਕਾਰ ਇਹ ਕੀ ਚਿੱਠੀ ਸੀਗੀ, ਕੀ ਇਸ ਵਿੱਚ ਕਿਸਾਨਾਂ ਪ੍ਰਤੀ ਫੈਸਲਾ ਲਿਆ ਗਿਆ ਸੀਗਾ ਅਤੇ ਜੇਕਰ ਇਹ ਲਾਗੂ ਹੋ ਜਾਂਦੇ ਫੈਸਲੇ ਤਾਂ ਸਰਕਾਰ ਤੇ ਕੀ ਅਸਰ ਪੈਣਾ ਸੀ? ਜੀ ਭਲਾਈ ਸਾਹਿਬ। ਦੇਖੋ, ਗੱਲ ਇਹ ਆ ਵੀ ਇਹ ਚਿੱਠੀ ਬਹੁਤ ਪੱਖਮੀ ਬਣ ਜਾਣੀ ਸੀ ਜੇ ਉਹ ਵਾਪਸ ਨਾ ਲਈ ਜਾਂਦੀ। ਇੱਕ ਗੱਲ ਤਾਂ ਇਹ ਵੀ ਹੁਣ ਵਾਲੀ ਸਰਕਾਰ ਇਹ ਕਹਿੰਦੀ ਆ ਵੀ ਅਸੀਂ 24 ਘੰਟੇ ਬਿਜਲੀ ਦੇਣ ਦੀ ਗੱਲ ਕਰ ਰਹੇ ਹਾਂ ਔਰ ਖੇਤੀ ਖੇਤਰ ਦੇ ਵਿੱਚ ਅਸੀਂ ਬਹੁਤ ਬਿਜਲੀ ਦਿੱਤੀ ਆ ਝੋਨਾ ਲਾਉਣ ਲਈ ਔਰ ਇਸ ਦੇ ਨਾਲ ਨਾਲ ਉਹਨਾਂ ਨੇ ਇਹ ਕਿਹਾ ਵੀ ਅਸੀਂ ਨਹਿਰੀ ਪਾਣੀ ਜਿਹੜੇ ਨੇ ਉਹ ਲਗਾਤਾਰ ਕਿਸਾਨਾਂ ਨੂੰ ਪਹੁੰਚਾਉਣ ਦਾ ਯਤਨ ਕੀਤਾ ਔਰ ਇਸ ਮਾਮਲੇ ਦੇ ਵਿੱਚ ਤੁਸੀਂ ਦੇਖਿਆ ਕਿ ਵੱਖੋ ਵੱਖਰੇ ਪ੍ਰੈਸ ਨੋਟਾਂ ਰਾਹੀਂ ਜਾਂ ਟੈਲੀਵਿਜ਼ਨ ਦੇ ਉੱਤੇ, ਰੇਡੀਓ ਦੇ ਉੱਤੇ ਬੜੇ ਵੱਡੇ ਉਹਨਾਂ ਵੱਲੋਂ ਬਿਆਨ ਦਿੱਤੇ ਗਏ ਵੀ ਕਿਸਾਨਾਂ ਨੂੰ ਪਾਣੀ ਦੀ ਤੋੜ ਜਿਹੜੀ ਹੈ ਨਹੀਂ ਆਉਣ ਦਿੱਤੀ। ਇਹ ਵੱਖਰੀ ਗੱਲ ਹੈ ਕਿ ਪੰਜਾਬ ਦੇ ਵਿੱਚ ਹੜ੍ਹ ਆ ਗਏ ਔਰ ਹਜ਼ਾਰਾਂ ਹੈਕਟੇਅਰ ਏਕੜ ਜ਼ਮੀਨ ਜਿਹੜੀ ਹੈ ਉਹਦੇ ਵਿੱਚ ਉਗਾਇਆ ਗਿਆ ਝੋਨਾ ਜਿਹੜਾ ਸੀ ਉਹ ਖਰਾਬ ਹੋ ਗਿਆ। ਇਹ ਇੱਕ ਵੱਖਰਾ ਇਸ਼ੂ ਹੈ ਔਰ ਜਿਸ ਮਾਮਲੇ ਦੇ ਵਿੱਚ ਹਾਲੇ ਕਿਸਾਨਾਂ ਦੇ ਪੱਲੇ ਜਾਂ ਉਹਨਾਂ ਨਾਲ ਸੰਬੰਧਿਤ ਲੋਕਾਂ ਦੇ ਪੱਲੇ ਕੁਝ ਵੀ ਨਹੀਂ ਪਿਆ, ਗਿਰਦਾਵਰੀ ਤੱਕ ਨਹੀਂ ਹੋ ਸਕੀ। ਤੋ ਇਹ ਇੱਕ ਵੱਖਰਾ ਇਸ਼ੂ ਹੈ। ਪਰ ਨਾਲ ਦੀ ਨਾਲ ਜਿਹੜੀ ਗੱਲ ਦੀ ਤੁਸੀਂ ਗੱਲ ਕੀਤੀ ਆ, ਉਹ ਚਿੱਠੀ ਲੇਖਾ ਕਮੇਟੀ ਵੱਲੋਂ ਕਹੀ ਗਈ ਸੀ ਵੀ ਜਿਹੜੇ ਕਿਸਾਨਾਂ ਨੂੰ ਨਹਿਰੀ ਪਾਣੀ ਦੇ ਨਾਲ ਜਿਨ੍ਹਾਂ ਦੇ ਟਿਊਬਵੈੱਲ ਲੱਗਦੇ ਨੇ ਉਹੀ ਬੰਦ ਨਾ ਕੀਤੇ ਜਾਣ, ਸਗੋਂ ਜਿਹੜੇ ਧਨੀ ਕਿਸਾਨ ਨੇ ਜਿਨ੍ਹਾਂ ਦੇ ਵੱਡੇ ਫਾਰਮ ਹਾਊਸ ਨੇ, ਵੱਡੇ ਖੇਤ ਨੇ, ਉਹਨਾਂ ਦੇ ਉੱਤੋਂ ਵੀ ਇਹ ਟਿਊਬਵੈੱਲ ਜਿਹੜੇ ਆ ਉਹਨਾਂ ਨੂੰ ਮੁਫਤ ਬਿਜਲੀ ਨਾ ਦਿੱਤੀ ਜਾਵੇ, ਸਗੋਂ ਉਹਨਾਂ ਨੂੰ ਮੀਟਰਿੰਗ ਸਿਸਟਮ ਦੇ ਉੱਤੇ ਕਰ ਦਿੱਤਾ ਜਾਏ ਔਰ ਜਿਹੜੇ ਨਹਿਰੀ ਪਾਣੀ ਦੇ ਕੰਢੇ ਦੇ ਉੱਤੇ, ਨਹਿਰਾਂ ਦੇ ਕੰਢੇ ਦੇ ਉੱਤੇ ਲੱਗੇ ਹੋਏ ਟਿਊਬਵੈੱਲ ਨੇ ਉਹਦਾ ਬੰਦ ਹੀ ਕਰ ਦਿੱਤੇ ਜਾਣ। ਇਹ ਅਸਲ ਵਿੱਚ ਇੱਕ ਬਹੁਤ ਵੱਡਾ ਮਸਲਾ ਜਿਹੜਾ ਹੈ ਪੰਜਾਬ ਦੇ ਵਿੱਚ ਇਸ ਮਾਮਲੇ ਦੇ ਉੱਤੇ ਖੜਨਾ ਸੀ, ਕਿਉਂਕਿ ਪੰਜਾਬ ਦੇ ਵਿੱਚ ਕੀਤੀ ਜਾਣ ਵਾਲੀ ਖੇਤੀ ਘਾਟੇ ਦੀ ਖੇਤੀ ਹੈ। ਪੰਜਾਬ ਦੇ ਵਿੱਚ ਖੇਤੀ ਕਰਨ ਵਾਲੇ ਲੋਕ ਬੜੇ ਪਰੇਸ਼ਾਨੀ ਦੇ ਦਿਨ ਹੰਢਾ ਰਹੇ ਨੇ, ਉਹਨਾਂ ਨੂੰ ਲਗਾਤਾਰ ਖੁਦਕੁਸ਼ੀਆਂ ਦੇ ਰਸਤੇ ਤੇ ਜਾਣਾ ਪੈ ਰਿਹਾ। ਤੇ ਭਲਾਈ ਸਾਹਿਬ, ਜਿਵੇਂ ਇੱਕ ਪਾਸੇ ਤਾਂ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਖੁੱਲ੍ਹ ਕੇ ਬਿਆਨ ਦਿੰਦੇ ਨੇ ਕਿ ਮੈਂ ਕਿਸਾਨ ਦਾ ਪੁੱਤ ਹਾਂ ਤੇ ਮੇਰੀ ਵੀ 10 ਏਕੜ ਜ਼ਮੀਨ ਜਿਹੜੀ ਆ ਹਰ ਵਾਰ ਹੜ੍ਹ ਦੇ ਜਿਹੜੇ ਜਾਂ ਪਾਣੀ ਦੀ ਮਾਰ ਹੇਠ ਆ ਜਾਂਦੀ ਆ, ਤਾਂ ਹੁਣ ਮੋਟਰਾਂ ਦੇ ਕਨੈਕਸ਼ਨ ਜਿਹੜੇ ਕੱਟਣ ਦੀ ਗੱਲ ਆਈ ਹੈ ਤਾਂ ਨਹਿਰਾਂ ਦੇ ਲਾਗੇ ਤਾਂ ਬਹੁਤ ਸਾਰੀਆਂ ਅਜਿਹੇ ਕਿਸਾਨਾਂ ਦੀ ਜ਼ਮੀਨ ਹੈ ਕਿ ਜਿਹੜੇ ਆ ਸਿਰਫ ਉਹਨਾਂ ਦੇ ਲਾਗੇ ਦੀ ਪਾਣੀ ਜਿਹੜੀ ਨਹਿਰ ਆ ਉਹ ਲੰਘਦੀ ਹੈ ਪਰ ਉਹਨਾਂ ਨੂੰ ਪਾਣੀ ਤੱਕ ਨਹੀਂ ਮਿਲਦਾ। ਉਸ ਦੇ ਤਹਿਤ ਜਿਹੜਾ ਮੋਟਰਾਂ ਰਾਹੀਂ ਹੀ ਉਹ ਆਪਣੀ ਕਾਸ਼ਤ ਕਰਦੇ ਨੇ। ਜੇਕਰ ਅਜਿਹੀ ਰਿਪੋਰਟ ਬਣਾ ਕੇ ਸਰਕਾਰ ਤਾਂ ਮੋਟਰਾਂ ਦੇ ਕਨੈਕਸ਼ਨ ਕੱਟ ਦਿੰਦੀ ਹੈ ਤਾਂ ਉਹ ਕਿਸਾਨ ਕਿੱਧਰ ਨੂੰ ਜਾਣਗੇ? ਤਾਂ ਫਿਰ ਉਹ ਮੁੜ ਤੋਂ ਜਿਹੜੇ ਆ ਕਿਸਾਨ ਸੰਘਰਸ਼ ਕਰਦੇ ਨਜ਼ਰ ਆਉਣਗੇ। ਜੀ ਬਿਲਕੁਲ ਸੰਘਰਸ਼ ਕਰਨਗੇ, ਪਰ ਇਹ ਗੱਲ ਕਿਉਂਕਿ ਜ਼ਮੀਨੀ ਤੌਰ ਤੇ ਸਰਕਾਰ ਨੂੰ ਪਤਾ ਲੱਗ ਗਈ ਕਿ ਇਸ ਗੱਲ ਦਾ ਵਿਰੋਧ ਹੋਏਗਾ, ਉਹਨਾਂ ਨੇ ਲੇਖਾ ਕਮੇਟੀ ਵੱਲੋਂ ਜਾਰੀ ਕੀਤੀ ਹੋਈ ਜਿਹੜੀ ਚਿੱਠੀ ਸੀ ਉਹਦੀ ਸਿਫਾਰਿਸ਼ ਨੂੰ ਪ੍ਰਵਾਨ ਨਹੀਂ ਕੀਤਾ ਤੇ ਉਹ ਕੈਂਸਲ ਕਰ ਦਿੱਤੀ ਗਈ ਹੈ। ਤੇ ਮੇਰੀ ਸਮਝ ਵਿੱਚ ਸਰਕਾਰ ਇਸ ਕਿਸਮ ਦੀ ਗਲਤੀ ਕਦੇ ਨਹੀਂ ਕਰੇਗੀ, ਕਿਉਂਕਿ ਉਹ ਆਪ ਜਾਣਦੀ ਹੈ ਕਿ ਜਿਹੜੇ ਨਹਿਰਾਂ ਬਣੀਆਂ ਹੋਈਆਂ ਨੇ ਉਹ ਬਹੁਤੀ ਚੰਗੀ ਹਾਲਤ ਦੇ ਵਿੱਚ ਨਹੀਂ ਬਣੀਆਂ। ਜੀ,
ਇਹ ਸਨ ਅੱਜ ਦੇ ਅਹਿਮ ਮੁੱਦੇ ਜਿਨ੍ਹਾਂ ਤੇ ਚਰਚਾ ਕਰਨ ਲਈ ਸਾਡੇ ਨਾਲ ਜੁੜੇ ਸਨ ਗੁਰਮੀਤ ਸਿੰਘ ਪਲਾਹੀ ਤੇ ਉਹਨਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ। ਸੋ ਬਹੁਤ ਬਹੁਤ ਧੰਨਵਾਦ ਪਲਾਹੀ ਸਾਹਿਬ। ਹੋਰ ਜਾਣਕਾਰੀ ਲਈ ਜੁੜੇ ਰਹੋ ਰੋਜ਼ਾਨਾ ਲੋਕਨਾਟ ਟੀਮ ਨਾਲ।